ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਅੱਜ 19 ਤਰੀਕ ਹੈ ਜੀ, ਕੱਲ ਇਲੈਕਸ਼ਨਸ ਹੋਣ ਜਾ ਰਹੇ ਨੇ। ਕੈਂਪੇਨਿੰਗ ਰੈਲੀਜ਼ ਬੰਦ ਹੋ ਚੁੱਕੀ ਹੈ। ਅਸੀਂ ਗੱਲ ਕਰਾਂਗੇ ਅੱਜ ਆਖਰੀ ਪੜਾਵ ਦੇ ਵਿੱਚ ਕੁਝ ਪੋਲੀਟੀਸ਼ੀਅਨਸ ਦੁਆਰਾ ਖੇਡੇ ਗਏ ਮਾਸਟਰ ਸਟ੍ਰੋਕ ਦੇ ਬਾਰੇ ਐਂਡ ਵੀਲ ਟਾਕ ਅਬਾਊਟ ਫਿਊ ਇੰਪੋਰਟੈਂਟ ਥਿੰਗਸ ਯੂ ਮਸਟ ਕੰਸੀਡਰ ਬਿਫੋਰ ਯੂ ਵਾਕ ਆਊਟ ਫॉर ਵੋਟਿੰਗ। ਸਾਡੇ ਨਾਲ ਮੌਜੂਦ ਨੇ CEO ਐਂਡ ਫਾਊਂਡਰ ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, PM ਮੋਦੀ ਦੁਆਰਾ ਸਿੱਖ ਆਗੂਆਂ ਦੀ ਮੇਜ਼ਬਾਨੀ ਕੀਤੀ ਗਈ। ਮੀਟਿੰਗ ਤੋਂ ਬਾਅਦ ਇਸ ਉਪਰਾਲੇ ਦਾ ਬਹੁਤ ਸਮਰਥਨ ਕੀਤਾ ਗਿਆ, ਪ੍ਰਸ਼ੰਸਾ ਕੀਤੀ ਗਈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ PM ਮੋਦੀ ਦਿਲੋਂ ਸਿੱਖ ਨੇ। ਤੁਸੀਂ ਇਸ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਸਰ? ਸੋ ਬੇਸਿਕਲੀ ਮੈਨੂੰ ਇਹ ਲੱਗਦਾ ਕਿ ਇੱਕ ਬਹੁਤ ਵਧੀਆ ਸਟੈਪ ਹੈ PM ਮੋਦੀ ਵੱਲੋਂ ਕਿ ਵੀ ਆਰ ਟੁਗੇਦਰ, ਕਿ ਹਿੰਦੂ ਸਿੱਖ ਭਾਈਚਾਰੇ ਨੂੰ ਵਧਾਉਣ ਲਈ, ਮਾਈਨੋਰਿਟੀਜ਼ ਨੂੰ ਕੰਫਰਟੇਬਲ ਫੀਲ ਕਰਨ ਲਈ ਉਹ ਆਪਣੇ ਹੀ ਹੈਜ਼ ਗੋਨ ਆਊਟ ਆਫ ਹਿਸ ਵੇ ਕਿ ਅਸੀਂ ਵੀ ਆਰ ਵਨ। ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਹੈ ਸਾਡੇ PM ਵੱਲੋਂ ਕਿ ਐਕਚੁਅਲੀ ਉਹ ਸਾਡੇ ਦੇਸ਼ ਦੇ PM ਨੇ ਤੇ ਹਿੰਦੂ ਸਿੱਖ ਭਾਈਚਾਰਾ ਪੰਜਾਬ ਦੀ, ਦੇਸ਼ ਦੀ ਤਰੱਕੀ, ਸਿਕਿਉਰਿਟੀ ਦੇ ਲਈ ਬਹੁਤ ਬਹੁਤ ਜ਼ਰੂਰੀ ਹੈ। ਦੋ ਮੇਜਰ ਕਮਿਊਨਿਟੀਜ਼ ਜੋ ਪੰਜਾਬ 'ਚ ਰਹਿੰਦੀਆਂ ਨੇ, ਸਿੱਖ ਤੇ ਹਿੰਦੂ, ਤੇ ਉਹਨਾਂ ਦੀ ਇੱਕ ਕਾਮਨ ਲੈਗੇਸੀ ਰਹੀ ਹੈ। ਸਿੱਖ ਮੰਦਿਰ ਜਾਂਦੇ ਰਹੇ ਨੇ ਤੇ ਹਿੰਦੂ ਗੁਰਦੁਆਰੇ ਜਾਂਦੇ ਨੇ ਤੇ ਇਹ ਇੱਕ ਸਾਡੀ ਕਾਮਨ ਸੱਭਿਆਚਾਰ ਰਿਹਾ ਹੈ। ਅਸੀਂ ਕਾਮਨ ਤਿਉਹਾਰ ਸੈਲੀਬ੍ਰੇਟ ਕਰਦੇ ਹਾਂ ਤੇ ਆਈ ਥਿੰਕ ਇਹ ਸਾਡੇ PM ਵੱਲੋਂ ਇੱਕ ਬਹੁਤ ਵਧੀਆ ਮੈਸੇਜ ਹੈ। ਆਫ ਕੋਰਸ ਓਪੋਜੀਸ਼ਨ ਪਾਰਟੀ ਵਾਲੇ ਤੇ ਆਫ ਕੋਰਸ ਉਹਨਾਂ ਦਾ ਇਹਦਾ ਪੋਲੀਟੀਕਲ ਮੰਤਵ ਵੀ ਹੋਏਗਾ ਕਿ ਭਾਈ ਸਿੱਖ ਸ਼ੁੱਡ ਆਲਸੋ ਕੰਸੀਡਰ BJP ਐਜ਼ देयर ਓਨ ਪਾਰਟੀ, ਇਹ ਉਹਨਾਂ ਦਾ ਮੈਸੇਜ ਵੀ ਹੋਏਗਾ। ਬਟ ਆਪਾਂ ਜੇ ਇਸ ਇਲੈਕਸ਼ਨ ਤੋਂ 20 ਤਰੀਕ ਤੋਂ ਬਾਅਦ ਦੀ ਲਈ ਵੇਖਿਆ ਜਾਵੇ, ਇਟ ਇਜ਼ ਅ ਵੈਰੀ ਪੋਜ਼ਿਟਿਵ ਸਾਈਨ ਤੇ PM ਨੇ ਕੰਸਿਸਟੈਂਟਲੀ ਇਹ ਮੈਸੇਜ ਦਿੱਤਾ ਹੈ। ਹਾਲਾਂਕਿ ਸਮਟਾਈਮਸ you know it was being tried to be portrayed कि भाई शायद BJP या PM is anti-Sikh, which was never the case. He has proven it consistently. His actions towards Sikh community has been very very, I would say, appreciative. ਅਸੀਂ ਵੀ ਜੇ ਪੰਜਾਬੀ ਹਾਂ ਤੇ ਜੋ ਵੀ ਚੀਜ਼ ਸਿੱਖ ਧਰਮ ਲਈ ਹੁੰਦੀ ਹੈ ਅਸੀਂ ਉਹਨੂੰ ਬਹੁਤ ਐਪਰੀਸ਼ੀਏਟ ਕਰਦੇ ਹਾਂ। ਭਾਵੇਂ ਉਹ ਇੰਟਰਨੈਸ਼ਨਲ ਲਾਂਘਾ ਹੈ, ਕਰਤਾਰਪੁਰ ਦਾ ਲਾਂਘਾ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਦਾ ਸਨਮਾਨਪੂਰਵਕ ਵਾਪਸ ਲਿਆਉਣਾ ਅਫਗਾਨਿਸਤਾਨ ਤੋਂ, ਸਾਰੀਆਂ ਚੀਜ਼ਾਂ ਅਸੀਂ ਵੀ ਬਹੁਤ ਐਪਰੀਸ਼ੀਏਟ ਕਰਦੇ ਹਾਂ ਤੇ ਆਈ ਥਿੰਕ ਇਟਸ ਅ ਵੈਰੀ ਗੁੱਡ ਸਾਈਨ ਐਂਡ ਸਿੱਖ ਕਮਿਊਨਿਟੀ ਵਿਲ ਲੁੱਕ ਇਨਟੂ ਇਟ ਦੈਟ ਕੰਸਿਸਟੈਂਟਲੀ PM ਨੇ ਇਹ ਸ਼ੋਅ ਕੀਤਾ ਹੈ ਕਿ ਵੀ ਆਰ ਵਨ ਐਂਡ ਦੈਟ ਸ਼ੁੱਡ ਬੀ ਦੀ ਮੈਸੇਜ। ਸੈਪਰੇਸ਼ਨ ਨਹੀਂ, ਟੁਗੇਦਰਨੈਸ ਸ਼ੁੱਡ ਬੀ ਦੀ ਮੈਸੇਜ। ਵੋਟ ਜਿਹਨੂੰ ਮਰਜ਼ੀ ਪਾਓ। ਆਖਰੀ ਸਮੇਂ ਤੇ ਇਹਦਾ ਪੋਜ਼ਿਟਿਵ ਇੰਪੈਕਟ ਹੋ ਸਕਦਾ ਸਰ? ਆਖਰੀ ਸਮੇਂ ਤੇ ਵੀ ਇਹਦਾ ਬੇਸਿਕਲੀ ਕੰਸਿਸਟੈਂਟਲੀ ਇਹ ਮੈਸੇਜ ਦਾ ਪੋਜ਼ਿਟਿਵ ਮੈਸੇਜ ਜਾ ਰਿਹਾ ਹੈ। ਲੋਟ ਆਫ ਪ੍ਰੋਗਰੈਸਿਵ people from Sikh community, they understand it is about nation building, it is about togetherness, it is about peace and prosperity, it is about growing together। ਉਹ ਸਮਝਦੇ ਨੇ ਸਾਰੀਆਂ ਚੀਜ਼ਾਂ ਤੇ ਮੈਸੇਜ ਕੰਸਿਸਟੈਂਟਲੀ ਉਹਨਾਂ ਵੱਲ ਜਾ ਰਿਹਾ ਹੈ। ਤੇ ਕੁਝ ਸਿੱਖ ਆਗੂਆਂ ਨੂੰ ਆਪਣੇ ਘਰ ਹੋਸਟ ਕਰਨਾ, ਉਹਨਾਂ ਨਾਲ ਗੱਲਬਾਤ ਕਰਨਾ, ਇਟ ਗੋਜ਼ ਫॉर ਵੈਰੀ ਗੁੱਡ ਮੈਸੇਜਿੰਗ ਫॉर एवरीवन। ਤੇ ਮੈਂ ਇਹਨੂੰ ਇਲੈਕਸ਼ਨ ਦੇ ਪਰਸਪੈਕਟਿਵ ਨਾਲ ਨਾ ਹੀ ਵੇਖਾਂ। ਇਟ ਇਜ਼ ਅਬਾਊਟ ਬਿਲਡਿੰਗ ਕਮਿਊਨਿਟੀ ਟੁਗੇਦਰ। ਜਿਹੜੀ ਕੋਈ ਸੈਪਰੇਟਿਸਟ ਜਿਹੜੀਆਂ ਹਵਾਵਾਂ ਚੱਲਣ ਲੱਗ ਪੈਂਦੀਆਂ ਨੇ ਉਹ ਸਾਡੀ ਸਟੇਟ 'ਚ ਨਾ ਚੱਲਣ। ਇਹਦਾ ਮੇਨ ਪਰਪਸ ਤੇ ਉਹੀ ਹੋਣਾ ਚਾਹੀਦਾ ਹੈ। ਅਗੇਨ ਮੈਂ ਕਹੂੰਗਾ, ਇਹਨੂੰ ਵੋਟਾਂ ਨਾਲ ਤੁਸੀਂ ਜੋੜਨਾ ਜੋੜੋ, ਨਹੀਂ ਜੋੜਨਾ ਨਾ ਜੋੜੋ। ਸਾਨੂੰ ਉਹ ਲੀਡਰ ਚਾਹੀਦੇ ਨੇ ਜਿਹੜੇ ਸਾਨੂੰ ਇਕੱਠੇ ਰੱਖਣ। ਬਿਲਕੁਲ ਸਰ, ਸੁਪਰੀਮ ਕੋਰਟ ਨੇ UP ਸਰਕਾਰ ਨੂੰ ਸਿਟੀ ਅਮੈਂਡਮੈਂਟ ਬਿੱਲ ਦੇ ਪ੍ਰਦਰਸ਼ਨਕਾਰੀਆਂ ਤੋਂ ਬਰਾਮਦ ਹੋਏ ਕਰੋੜਾਂ ਰੁਪਏ ਵਾਪਸ ਮੰਗੇ। ਸੋ ਇਸ ਫੈਸਲੇ ਤੋਂ ਕਿੰਨਾ ਕੁ ਵੱਡਾ ਝਟਕਾ ਲੱਗ ਸਕਦਾ ਹੈ? CAA ਅਮੈਂਡਮੈਂਟ ਜੀ ਦੇਖੋ, ਕੋਈ ਝਟਕੇ ਵਾਲੀ ਗੱਲ ਨਹੀਂ ਹੈ। ਬੇਸਿਕਲੀ ਦੈਟ ਰੂਲ ਸਟੈਂਡਸ। ਮੈਂ ਤਾਂ ਉਸ ਰੂਲ ਨੂੰ ਬੜਾ ਪ੍ਰੋਗਰੈਸਿਵ ਮੰਨੂੰਗਾ ਕਿ ਕਈ ਵਾਰੀ ਹੁੰਦਾ ਸੀ ਕਿ ਲੋਕੀ ਪੋਲੀਟੀਕਲ ਪਾਰਟੀ 4 ਬਦਮਾਸ਼ਾਂ ਨੂੰ ਇਕੱਠਾ ਕਰਦੀ ਸੀ, ਕੋਈ ਵੀ, ਤੇ ਪਬਲਿਕ ਪ੍ਰੋਪਰਟੀ, ਪ੍ਰਾਈਵੇਟ ਪ੍ਰੋਪਰਟੀ ਡੈਮੇਜ ਕਰ ਦਿੱਤੀ ਜਾਂਦੀ ਸੀ, ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ ਸੀ। ਇਹ ਇੱਕ ਬਹੁਤ ਵਧੀਆ ਰੂਲ ਹੈਗਾ। ਮੈਂ ਕਲੈਰੀਫਾਈ ਕਰਦਾ, ਇਹਦਾ ਮਤਲਬ ਇਹ ਨਹੀਂ ਕਿ ਗੌਰਮੈਂਟ ਨੇ ਕਿਹਾ ਰੂਲ ਬੰਦ ਕਰ ਦਿਓ ਜਾਂ ਇਹ ਰੂਲ ਨਹੀਂ ਹੈਗਾ ਜਾਂ ਇਹ ਰੂਲ ਸੰਵਿਧਾਨ ਦੇ ਅਨੁਸਾਰ ਨਹੀਂ ਹੈ। ਉਹ ਸਾਰਾ ਕੁਛ ਹੈਗਾ। ਹੋਇਆ ਕੀ ਆ, ਮੈਂ ਤੇ ਡਿਟੇਲ 'ਚ ਜਾਣਾ ਚਾਹੂੰਗਾ ਕਿ ਕੁਝ ਜਗ੍ਹਾ ਤੇ ਨੋਟਿਸ ਇਹ ਪਾਏ ਗਏ ਸੀ ਕਿ ਰੈਂਡਮਲੀ ਭੇਜੇ ਗਏ। ਕਲੈਰੀਕਲ ਤੇ ਡੈਪਥ ਵਿੱਚ ਕੰਮ ਨਹੀਂ ਹੋਇਆ। ਸਰਕਾਰੀ ਅਫਸਰਾਂ ਮਸ਼ੀਨਰੀ ਵੱਲੋਂ ਡੈਪਥ ਵਿੱਚ ਕੰਮ ਨਹੀਂ ਹੋਇਆ। ਰੈਂਡਮਲੀ ਕੋਈ 94 ਸਾਲ ਦੇ ਬੰਦੇ ਨੂੰ ਭੇਜਤਾ, ਕੋਈ ਬੰਦਾ ਪੂਰਾ ਹੋ ਗਿਆ ਸੀ ਉਹਨੂੰ ਵੀ ਨੋਟਿਸ ਭੇਜਤਾ। ਤੇ ਇਹਦਾ ਮਤਲਬ ਸੀ ਕੋਰਟ ਨੇ ਇਹ ਪਾਇਆ ਕਿ ਇਹ ਡਿਊ ਡਿਲੀਜੈਂਸ ਨਹੀਂ ਕੀਤੀ ਗਈ, ਸਹੀ ਲੋਕਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ। ਉਹ ਕਹਿੰਦੇ ਤੁਸੀਂ ਕਰੋ, ਫਾਈਨ ਲਾਓ, ਪਰ ਸਹੀ ਲੋਕਾਂ ਨੂੰ ਪ੍ਰੂਵ ਕਰ ਦਿਓ ਕਿ ਇਹ ਲੋਕੀ ਨੇ, ਉਹਨਾਂ ਕੋਲ ਰਿਕਵਰੀਆਂ ਲਓ। ਤੇ ਜਿੰਨਾ ਤੱਕ ਹੁਣ ਸਾਰਿਆਂ ਦਾ ਪ੍ਰੂਵ ਨਹੀਂ ਹੁੰਦਾ ਉਹਨਾਂ ਤੱਕ ਰਿਕਵਰੀ ਵਾਪਸ ਕਰ ਦਿਓ। ਹਾਲਾਂਕਿ UP ਗਵਰਨਮੈਂਟ ਨੇ ਵੀ ਕਿਹਾ ਕਿ ਇਹ ਸਿਕਿਉਰਿਟੀ ਰਹਿ ਸਕਦੀ ਹੈ, ਆਪਾਂ ਵਨਸ ਐਵਰੀਥਿੰਗ ਇਜ਼ ਪ੍ਰੂਵਨ ਵਾਪਸ ਕਰ ਦਾਂਗੇ। ਪਰ ਮੈਨੂੰ ਲੱਗਦਾ ਕੋਰਟ ਦਾ ਫੈਸਲਾ ਸਹੀ ਹੈ। ਯੂ ਆਰ ਨਾਟ ਗਿਲਟੀ ਅੰਟਿਲ ਪ੍ਰੂਵਨ ਇਨੋਸੈਂਟ। ਤੁਸੀਂ ਨੋਟਿਸ ਭੇਜੋ,
ਆਇਡੈਂਟੀਫਾਈ ਕਰੋ, ਵਾਂਸ ਇਟ ਹੈਜ਼ ਬੀਨ ਪ੍ਰੂਵਨ ਇਨ ਦੀ ਕੋਰਟ, ਉਹਨਾਂ ਨੂੰ ਉਹ ਫਾਈਨ ਲੱਗਣੇ ਚਾਹੀਦੇ ਨੇ। ਤੇ ਰੂਲ ਬੜਾ ਚੰਗਾ ਰੂਲ ਰਿਹਾ ਯੂਪੀ 'ਚ ਦੰਗੇ ਤੇ ਲੋਕੀ ਹੁਣ ਆਸਾਨੀ ਨਾਲ ਪੋਲੀਟੀਸ਼ੀਅਨ ਨੂੰ ਅਵੇਲੇਬਲ ਨਹੀਂ ਹੁੰਦੇ ਤੋੜ-ਫੋੜ ਕਰਨ ਲਈ, ਉਹਨਾਂ ਨੂੰ ਲੱਗਦਾ ਘਰ ਤੇ ਸਾਡਾ ਚਲਾ ਜਾਣਾ। ਇਹ ਬਹੁਤ ਹੀ ਚੰਗਾ ਰੂਲ ਬਣਾਇਆ ਗਿਆ ਹੈ ਜੀ, ਪਰ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਇਮਾਨਦਾਰੀ ਨਾਲ, ਸਿੰਸੈਰਿਟੀ ਨਾਲ, ਡਿਟੇਲ ਨਾਲ, ਕਿਉਂਕਿ ਕਿਸੇ ਦਾ ਗਲਤ ਨਾਮ ਲੱਗ ਗਿਆ, ਉਹ ਗਲਤ ਫਸ ਜੇ, ਉਹ ਬਹੁਤ ਵੱਡਾ ਅਨਿਆਏ ਹੋ ਜਾਏਗਾ। ਤੇ ਇਹ ਇਸ ਚੀਜ਼ ਨੂੰ ਬਸ ਇਸ ਜਿਹੜੀ ਆਈ ਆ ਕੋਰਟ ਦਾ ਜਿਹੜਾ ਫੈਸਲਾ ਆਇਆ ਸੁਪਰੀਮ ਕੋਰਟ ਦਾ, ਹਾਲਾਂਕਿ ਉਹਨਾਂ ਨੇ ਇਹ ਵੀ ਦਲੀਲ ਦਿੱਤੀ ਕਿ ਬਈ ਕੋਡ ਆਫ ਕੰਡਕਟ ਲੱਗਾ ਆ, ਤੇ ਸੁਪਰੀਮ ਕੋਰਟ ਨੇ ਕਿਹਾ ਆਪਣਾ ਡੇ ਟੂ ਡੇ ਕੰਮ ਕਰਨ ਲਈ ਕੋਡ ਆਫ ਕੰਡਕਟ ਦੇ ਵੀ ਕੋਈ ਲੋੜ ਨਹੀਂ ਹੈ। ਤੇ ਹੋਪਫੁਲੀ ਜਿਹੜੇ ਲੋਕੀ ਵਾਕਈ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ, ਪਰ ਕੋਈ ਵੀ ਬੰਦਾ ਜਿਹਦੀ ਕੋਈ ਗਲਤੀ ਨਹੀਂ ਹੈ ਉਹ ਬਿਲਕੁਲ ਵੀ ਉਹਨੂੰ ਕੋਈ ਹਾਰਮ ਨਹੀਂ ਹੋਣਾ ਚਾਹੀਦਾ, ਉਹਨੂੰ ਗਲਤ ਸਜ਼ਾ ਨਹੀਂ ਮਿਲਣੀ ਚਾਹੀਦੀ। ਜਸਟਿਸ ਇਜ਼ ਵੈਰੀ ਇੰਪੋਰਟੈਂਟ। 100 ਗਿਲਟੀ ਨਿਕਲ ਜਾਣ ਪਰ ਇੱਕ ਇਨੋਸੈਂਟ ਬੰਦਾ ਨਹੀਂ ਫਸਣਾ ਚਾਹੀਦਾ। ਇਹ ਸਾਡੀ ਜੁਡੀਸ਼ਰੀ ਦਾ, ਸਾਡੇ ਲਾਅ ਦਾ ਬੇਸਿਕ ਫੰਡਾਮੈਂਟਲ ਹੈ। ਤੇ ਇਸ ਕਰਕੇ ਡੀਪਲੀ ਗਵਰਨਮੈਂਟ ਪੇਸ਼ੈਂਟ ਹੋ ਸਕਦੀ ਹੈ, ਆਰਾਮ ਨਾਲ ਡੀਪਲੀ ਸਟੱਡੀ ਕਰਕੇ ਪ੍ਰੂਫਸ ਦੇ ਨਾਲ ਤੁਸੀਂ ਪ੍ਰੂਵ ਕਰੋ ਕੋਰਟ 'ਚ ਤੇ ਉਹਨਾਂ ਨੂੰ ਰਿਕਵਰੀਆਂ ਪਾਓ। ਵੀ ਵਿਲ ਐਪਰੀਸ਼ੀਏਟ ਇਟ ਦੈਟ ਵੇ। ਜੀ ਸਰ, ਰੀਸੈਂਟਲੀ ਟਰੂਡੋ ਜੀ ਨੇ ਜੋ ਸਟੇਟਮੈਂਟ ਦਿੱਤਾ ਹੈ ਸਵਾਸਤਿਕਾ ਨੂੰ ਲੈ ਕੇ, ਜਿਹੜਾ ਮਿਸ ਇੰਟਰਪ੍ਰੀਟੇਸ਼ਨ ਹੈ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਾਫੀ ਆਰਗੇਨਾਈਜੇਸ਼ਨਸ ਵੱਲੋਂ ਵੀ ਇਹਦਾ ਵਿਰੋਧ ਸਾਹਮਣੇ ਆਇਆ। ਇਹ ਦੱਸਦਾ ਟਰੂਡੋ ਦੀ ਅੰਡਰਸਟੈਂਡਿੰਗ ਆਫ ਇੰਡੀਅਨ ਕਲਚਰ। ਹਾਲਾਂਕਿ ਉਹ ਇੰਟਰਫੇਅਰ ਤੇ ਹਰ ਵਾਰੀ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸਵਾਸਤਿਕਾ ਨੂੰ ਨਾਜ਼ੀ ਸਿੰਬਲ ਦੱਸਿਆ, ਜਦਕਿ ਨਾਜ਼ੀ ਸਿੰਬਲ ਜਿਹੜਾ ਸਿੰਬਲ ਸੀ, ਇਟ ਇਜ਼ ਨਾਟ ਸਵਾਸਤਿਕਾ, ਇਟ ਇਜ਼ ਹੈਕਨ ਕਰੂਜ਼, ਰਾਈਟ? ਤੇ ਇਹਨੂੰ crooked cross ਵੀ ਕਿਹਾ ਜਾਂਦਾ ਹੈ। somehow just to it was similar to that, ਲੋਕੀ ਇਹ ਕਹਿਣਾ it is misinterpretation of ਜਿਹੜਾ ਸਾਡਾ ਸਵਾਸਤਿਕਾ ਦਾ ਸਿੰਬਲ ਹੈ। ਤੇ ਇਹ ਕਾਫੀ ਇੰਡੀਅਨ ਰਿਲੀਜਨਸ 'ਚ, ਭਾਵੇਂ ਹਿੰਦੂ ਰਿਲੀਜਨ ਹੈ, ਬੁੱਧਿਸਟ ਰਿਲੀਜਨ ਹੈ, ਜੈਨਿਜ਼ਮ ਹੈ, ਉਹਦੇ 'ਚ ਇਟ ਇਜ਼ ਸੀਨ ਐਜ਼ ਅ ਸਟਾਰਟਿੰਗ ਪੁਆਇੰਟ ਆਫ ਆਸਪੀਸ਼ੀਅਸ ਸਟਾਰਟ। ਆਪਾਂ ਕੋਈ ਚੀਜ਼ ਲੈਂਦੇ ਹਾਂ, ਕੋਈ ਆਫਿਸ ਬਿਲਡਿੰਗ ਸ਼ੁਰੂ ਕਰਦੇ ਹਾਂ, ਤੇ ਸਾਡੇ ਇੰਡੀਆ 'ਚ ਜ਼ਿਆਦਾਤਰ ਲੋਕੀ ਉਹਦੇ ਸਟਾਰਟ ਦੇ ਵਿੱਚ ਸਵਾਸਤਿਕਾ ਸਿੰਬਲ ਲਾਉਂਦੇ ਨੇ, ਭਾਵੇਂ ਕਾਰ ਖਰੀਦਦੇ ਨੇ, ਭਾਵੇਂ ਬਾਈਕ ਖਰੀਦਦੇ ਨੇ। ਇਟ ਹੈਪਨਸ ਅਕ੍ਰੋਸ ਰੀਜਨਸ। ਤੇ ਇਸ ਕਰਕੇ ਇਹ ਮਿਸ ਇੰਟਰਪ੍ਰੀਟੇਸ਼ਨ ਗਲਤ ਹੈ। ਉਹਦੇ ਕਾਰਨ ਦੇयर हैव बीन ਰਿਪੋਰਟਸ ਆਫ ਸਮ ਵੈਂਡਲਿਜ਼ਮ ਆਫ ਹਿੰਦੂ ਟੈਂਪਲਸ। ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਬਟ ਵੀ ਸ਼ੁੱਡ ਸਟੇ ਕਾਮ। ਇਹ ਸਾਰੇ ਪੋਲੀਟੀਕਲ ਚੀਜ਼ਾਂ ਹੁੰਦੀਆਂ, ਆਪਾਂ ਹਮੇਸ਼ਾ ਦੱਸਦੇ ਨੇ ਕਿ ਜਸਟ ਟਰਾਈ ਟੂ ਇਨਸਟੀਗੇਟ ਸਮ ਜਿਹੜੀ ਪੈਸ਼ਨ ਹੁੰਦੀ ਲੋਕਾਂ ਦੀ, ਉਹਨੂੰ ਮਿਸਯੂਜ਼ ਕੀਤਾ ਜਾਂਦਾ। ਤੇ ਅਸੀਂ ਪੰਜਾਬ ਟੂਡੇ ਤੇ ਹਮੇਸ਼ਾ ਕਹਿੰਦੇ ਹਾਂ ਕਿ ਆਪਾਂ ਲੋਕਾਂ ਨੂੰ ਕੂਲ ਹੋ ਕੇ ਕੋਈ ਵੀ ਡਿਸੀਜ਼ਨ ਲੈਣਾ ਚਾਹੀਦਾ, ਗੁੱਸੇ ਦੇ ਵਿੱਚ ਜਾਂ ਅਗਰੈਸ਼ਨ 'ਚ ਨਹੀਂ ਲੈਣਾ ਚਾਹੀਦਾ, ਤੇ ਪੋਲੀਟੀਸ਼ੀਅਨਸ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ। ਟਰੂਡੋ ਇਜ਼ ਸ਼ੋਇੰਗ ਹਿਸ ਟਰੂ ਕਲਰਸ। ਪੀਪਲ ਆਫ ਕੈਨੇਡਾ ਐਂਡ ਲੋਟ ਆਫ ਇੰਡੀਅਨ ਕਮਿਊਨਿਟੀ ਡਾਇਸਪੋਰਾ ਇਜ਼ ਦੇਅਰ। ਤੇ ਆਪਣੇ ਪੰਜਾਬ ਦਾ ਇੱਕ ਮੇਜਰ ਡਾਇਸਪੋਰਾ ਉੱਥੇ ਰਹਿੰਦਾ ਹੈ। ਵੀ ਸ਼ੁੱਡ ਬੀ ਕੇਅਰਫੁਲ ਆਫ what his intentions are। ਤੇ ਇਸ ਇੱਕ ਮਿਸ ਇੰਟਰਪ੍ਰੀਟੇਸ਼ਨ ਹੈ। ਜੇ ਮੈਂ ਗੱਲ ਤੇ ਆਵਾਂ ਸਵਾਸਤਿਕਾ ਦੀ, ਨਾਜ਼ੀ ਸਿੰਬਲ ਐਂਡ ਸਵਾਸਤਿਕਾ ਟੋਟਲੀ ਡਿਫਰੈਂਟ ਥਿੰਗਸ, ਦੇ ਆਰ ਨਾਟ ਦੀ ਸੇਮ। ਜੀ ਸਰ, ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲੱਗਣ ਤੋਂ ਬਾਅਦ ਅਮਿਤ ਸ਼ਾਹ ਤੇ ਸੀਐਮ ਚੰਨੀ ਜੋ ਇਕਜੁੱਟ ਹੋਏ ਨੇ, ਇਸ ਆਪਸੀ ਸਾਂਝ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਉਹਨਾਂ ਨੇ ਜੋ ਇਲਜ਼ਾਮ ਲਾਏ ਨੇ ਕਿਸੇ ਵੀ ਪੋਲੀਟੀਸ਼ੀਅਨ ਤੇ, ਅੰਟਿਲ ਪ੍ਰੂਵ ਹੈ, ਇਲਜ਼ਾਮ ਨਹੀਂ ਲੱਗਣੇ ਚਾਹੀਦੇ, ਰਾਈਟ? ਪਰ ਜੇ ਇਸ ਚੀਜ਼ ਦੀ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਹੈ ਨਾ। ਤੇ ਇਸ ਚੀਜ਼ ਨੂੰ ਅੰਟਿਲ ਪ੍ਰੂਵਨ ਗਿਲਟੀ, ਐਜ਼ ਵੀ ਜਸਟ ਨਾਓ ਸੈਡ, ਯੂ ਆਰ ਇਨੋਸੈਂਟ। ਤੇ ਜੇ ਇਹ 3-4 ਵਾਰੀ ਇਹ ਖਬਰ ਆਈ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਆਮ ਆਦਮੀ ਪਾਰਟੀ ਹੈਜ਼ ਟਰਾਈਡ ਟੂ ਕੋਟ ਸਪੋਰਟ, nothing has been proven, but they have tried to quote take support from separatists, ਭਾਵੇਂ ਕੈਨੇਡਾ 'ਚ, ਭਾਵੇਂ US 'ਚ, ਭਾਵੇਂ ਇੰਡੀਆ 'ਚ। ਉਹਨਾਂ ਨੂੰ ਵੀ ਪਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਇਹੋ ਜਿਹੇ ਮਿਕਸ 'ਚ ਮੈਸੇਜਿੰਗ ਦਿੱਤੀ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਕਲੀਅਰ ਕੱਟ ਨੋ ਹੋਣਾ ਚਾਹੀਦਾ। ਨੈਸ਼ਨਲ ਯੂਨਿਟੀ ਇਜ਼ ਦੀ ਮੋਸਟ ਇੰਪੋਰਟੈਂਟ ਐਸਪੈਕਟ। ਤੇ ਇਹ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਦੇ ਸ਼ੁੱਡ, ਬੜੀਆਂ ਕੇਜਰੀਵਾਲ ਜੀ ਤੇ ਇਲਜ਼ਾਮ ਲੱਗਾ, ਬੜੀਆਂ ਪਾਰਟੀਆਂ ਨੇ ਇਹ ਕੀਤਾ ਵੀ ਹੈ, ਸੈਪਰੇਟਿਸਟ ਮੂਵਮੈਂਟ ਨੂੰ ਸਟੋਕ ਕੀਤਾ ਹੈ, ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਜੇ ਉਹੀ ਹੀ ਪਾਰਟੀਆਂ ਸੱਚੀਆਂ ਸੁੱਚੀਆਂ ਬਣਨ, ਦੇਰ ਇਜ਼ ਨੋ, ਇਹ ਤੇ ਫਿਰ ਹਿਪੋਕ੍ਰੇਸੀ ਹੋ ਗਈ, ਹੈ ਨਾ। ਤੇ ਮੇਰਾ ਇਹ ਮਤਲਬ ਹੈ ਕਿ ਦੇਰ ਇਜ਼ ਨੋ ਪ੍ਰੂਫ ਆਫ ਦੈਟ, ਬਟ ਐਵਰੀ ਪੋਲੀਟੀਸ਼ੀਅਨ ਨੂੰ ਪਹਿਲਾਂ ਤੇ ਆਪਣੇ ਦੇਸ਼ ਦੀ ਸਿਕਿਉਰਿਟੀ, ਇੰਟੈਗ੍ਰਿਟੀ, ਜਿਹੜੀ ਵੀ ਚੀਜ਼ ਸੈਪਰੇਟਿਸਟ ਹੈ ਸਾਡੇ 'ਚ, ਆਪਸ ਰੀਜਨਲਿਜ਼ਮ ਨੂੰ ਆਪਸ ਦੇ ਵਿੱਚ ਵੰਡ ਪਾਉਂਦੀ ਆ, ਕੁਝ ਵੋਟਾਂ ਲਈ ਉਹਨਾਂ ਲੋਕਾਂ ਨੂੰ ਪਲੀਜ਼ ਕਰਨਾ ਜਾਂ ਉਹਨਾਂ ਨਾਲ ਬਹਿਣਾ। ਦੇਖੋ, ਪੋਲੀਟਿਕਸ 'ਚ ਸਿੰਬਲਿਜ਼ਮ ਬੜੀ ਚੱਲਦੀ ਆ, ਕਈ ਵਾਰੀ ਬੋਲਣਾ ਨਹੀਂ ਪੈਂਦਾ, ਫੋਟੋਆਂ ਬੜਾ ਕੁਝ ਦੱਸਦੀਆਂ। ਤੁਸੀਂ ਕਿਹਦੇ ਨਾਲ ਬੈਠੇ ਹੋ, ਤੁਸੀਂ ਉਹਦੇ ਬਾਰੇ, ਜਿਹੜਾ ਬੰਦਾ ਦੇਸ਼ ਦਾ ਦੁਸ਼ਮਣ, ਉਹਦੇ ਬਾਰੇ ਤੁਸੀਂ ਜੇ ਨਿਊਟਰਲ ਵੀ ਬਿਆਨ ਦਿੱਤਾ, ਹੈ ਨਾ, ਉਹ ਵੀ
ਇਹਦਾ ਮਤਲਬ ਹੈ ਕਿ ਯੂ ਆਰ ਟੈਸਿਟਲੀ ਸਪੋਰਟਿੰਗ ਤੇ ਕਲੀਅਰ ਕੱਟ ਹਰ ਪੋਲੀਟੀਕਲ ਪਾਰਟੀ ਦਾ ਕਿ ਸੈਪਰੇਟਿਸਟ ਐਨੀਵਨ ਹੂ ਇਜ਼ ਇਨ ਐਨੀ ਵੇ ਸੇਇੰਗ ਦੈਟ ਪੰਜਾਬ ਜਾਂ ਨੈਸ਼ਨਲ ਇੰਟੈਗ੍ਰਿਟੀ ਨੂੰ ਖਤਰੇ 'ਚ ਪਾਉਣ ਦੀ ਕੋਈ ਵੀ ਗੱਲ ਕਰਦਾ ਹੈ, ਉਸ ਬੰਦੇ ਦਾ ਬਾਈਕਾਟ ਤੇ ਉਹਦੇ ਉੱਤੇ ਸਟਰੋਂਗ ਐਕਸ਼ਨ ਗਵਰਨਮੈਂਟ ਨੂੰ ਵੀ ਤੇ ਹਰ ਪੋਲੀਟੀਕਲ ਪਾਰਟੀ ਨੂੰ ਤੇ ਲੋਕਾਂ ਨੂੰ ਵੀ ਲੈਣਾ ਚਾਹੀਦਾ ਹੈ। ਇਹ ਮੇਰਾ ਮੰਨਣਾ ਹੈ ਜੀ। ਸਰ ਆਖਰੀ ਸਵਾਲ, ਅਸੀਂ ਕਾਫੀ ਸਮੇਂ ਤੋਂ ਇਲੈਕਸ਼ਨ ਪ੍ਰੋਸੈਸ ਬਾਰੇ ਗੱਲ ਕਰ ਰਹੇ ਹਾਂ, ਇੰਪੋਰਟੈਂਟ ਮੁੱਦੇ ਬਾਰੇ ਗੱਲ ਕਰ ਰਹੇ ਹਾਂ, ਪੰਜਾਬ ਦੇ ਵਿਜ਼ਨ ਦੇ ਬਾਰੇ ਗੱਲ ਕਰ ਰਹੇ ਹਾਂ, ਫੇਕ ਪ੍ਰੋਮਿਸਸ ਫੇਕ ਮੈਨੀਫੈਸਟੋਸ ਤੇ ਨਹੀਂ ਜਾਣਾ। ਸਰ ਆਖਰੀ ਦਿਨ ਹੈ, ਐਟ ਲਾਸਟ ਸਮਰਾਈਜ਼ ਕਰੋ ਵਾਟ ਇੰਪੋਰਟੈਂਟ ਥਿੰਗਸ ਪੀਪਲ ਮਸਟ ਕੰਸੀਡਰ। ਦੇਖੋ ਆਪਾਂ ਇਹ ਚੀਜ਼ ਬਾਰ-ਬਾਰ ਕਹਿ ਚੁੱਕੇ ਹਾਂ, ਫੇਕ ਪ੍ਰੋਮਿਸਸ ਜਾਂ ਪੋਲੀਟੀਕਲ ਪ੍ਰੋਮਿਸਸ ਵਨ ਐਂਡ ਦੀ ਸੇਮ ਥਿੰਗ। ਫਰੀਬੀਜ਼ ਲਈ ਨਾ ਜਾਓ, ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ। ਅੱਜ ਤੱਕ ਕਿਹਦਾ ਭਲਾ ਹੋ ਗਿਆ ਇਹਨੂੰ ਮਹੀਨੇ ਦੇ 2000 ਰੁਪਏ ਲੈ ਕੇ ਜਾਂ ਸਿਰਫ ਸਰਕਾਰੀ ਨੌਕਰੀਆਂ, ਮਤਲਬ ਦ ਕਾਈਂਡ ਆਫ ਪ੍ਰੋਮਿਸਸ ਦੈਟ ਹੈਵ ਬੀਨ ਮੇਡ, ਉਹ ਜੇ ਬੰਦਾ ਥੋੜਾ ਵੀ ਸੋਚੇ ਉਹ ਪੂਰੇ ਹੋ ਹੀ ਨਹੀਂ ਸਕਦੇ ਹੈ ਨਾ। ਕੋਈ ਗਵਰਨਮੈਂਟ ਆ ਜਾਏ, ਕੋਈ ਵੀ ਗਵਰਨਮੈਂਟ ਆ ਜਾਏ, ਪੂਰਾ ਨਹੀਂ ਕਰ ਸਕਦੀ। ਐਂਡ ਆਪਾਂ ਨੂੰ ਇਹ ਵੇਖਣਾ ਕਿ ਕਿਹੜੀ ਗਵਰਨਮੈਂਟ ਕੋ ਵਿਜ਼ਨ ਹੈ। ਮੈਂ ਆਪਣੇ ਵੋਟਰਸ ਨੂੰ ਇਹ ਕਹਿਣਾ ਚਾਹੂੰਗਾ, ਵੋਟ ਪਾਣਾ ਕਈ ਵਾਰੀ ਨਾ ਲੇਜ਼ੀਨੈਸ ਆ ਜਾਂਦੀ, ਸੰਡੇ ਦਾ ਦਿਨ ਹੈ, ਮੈਨੂੰ ਸਵੇਰੇ ਉੱਠੋ, ਇਟਸ ਵੈਰੀ ਕਨਵੀਨੀਐਂਟ। ਪ੍ਰੋਸੈਸ ਇੰਨਾ ਸਟ੍ਰੀਮਲਾਈਨ ਹੋ ਚੁੱਕਾ ਹੋਇਆ ਸਾਡੇ ਦੇਸ਼ 'ਚ ਵੋਟ ਪਾਉਣ ਦਾ, ਤੁਸੀਂ ਜਾਓਗੇ ਵਿਦਿਨ ਨੋ ਟਾਈਮ ਯੂ ਵਿਲ ਬੀ ਫੈਸਿਲਿਟੇਟਡ, ਆਪਣੀ ਵੋਟ ਪਾ ਕੇ ਵਾਪਸ ਆ ਜਾਓਗੇ, ਇਟਸ ਵੈਰੀ ਈਜ਼ੀ। ਐਂਡ ਮੈਂ ਪ੍ਰੋਮਿਸ ਕਰਦਾ ਯੂ ਵਿਲ ਫੀਲ ਗੁੱਡ ਕਿ ਤੁਸੀਂ ਆਪਣੇ ਦੇਸ਼ ਦੀ ਡੈਮੋਕ੍ਰੈਟਿਕ ਮੂਵਮੈਂਟਸ, ਦੇਸ਼ ਦੀ ਪ੍ਰੋਗਰੈਸ 'ਚ ਆਪਣਾ ਸਾਥ ਨਿਭਾਇਆ ਹੈ। ਸਿਰਫ ਆਪਣੇ ਬਾਰੇ ਨਹੀਂ ਸੋਚਣਾ, ਸਿਰਫ ਇਹ ਨਹੀਂ ਸੋਚਣਾ ਕਿ ਬਈ ਮੈਨੂੰ ਕੌਣ ਉੱਥੇ ਬਿਠਾ ਕੇ ਆਪਣੀ ਗੱਡੀ 'ਤੇ ਲੈ ਕੇ ਗਿਆ, ਕੋਈ ਵੀ ਲੈ ਜੇ, ਵੋਟ ਤੁਸੀਂ ਪਾਣੀ ਆ ਸਹੀ ਕੈਂਡੀਡੇਟ ਨੂੰ। ਤੁਹਾਨੂੰ ਇਸ ਦਿਨ ਇਹ ਹੁੰਦਾ ਕਿ ਪੋਲੀਟੀਕਲ ਪਾਰਟੀਜ਼ ਦੇ ਜਿਹੜੇ ਵਰਕਰ ਹੁੰਦੇ ਨੇ ਤੁਹਾਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਜਾਂਦੇ ਨੇ, ਜੇ ਲੈ ਕੇ ਜਾਂਦੇ ਲੈ ਜਾਣ, ਪਰ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਣੀ ਹੈ, ਕੋਈ ਪ੍ਰੈਸ਼ਰ ਨਹੀਂ, ਕੁਛ ਨਹੀਂ, ਕੁਛ ਕਿਸੇ ਨੂੰ ਦੱਸਣ ਦੀ ਵੀ ਲੋੜ ਨਹੀਂ ਹੈ। ਇਟਸ ਅ ਪ੍ਰਾਈਵੇਟ ਥਿੰਗ, ਡੂ ਇਟ। ਉੱਥੇ ਜਾਓ, ਇੱਕ ਡੀਪ ਸਾਹ ਲਓ, ਡੂੰਘਾ ਸਾਹ ਲਓ, ਤੇ ਉਸ ਤੋਂ ਬਾਅਦ ਸੋਚ ਸਮਝ ਕੇ ਜਿਹੜਾ ਕੈਂਡੀਡੇਟ ਤੁਹਾਨੂੰ ਸਹੀ ਲੱਗਦਾ, ਜਿਹੜਾ ਤੁਹਾਨੂੰ ਲੱਗਦਾ ਤੁਹਾਡੀ ਸਟੇਟ ਲਈ ਵਧੀਆ, ਤੁਹਾਡੇ ਦੇਸ਼ ਲਈ ਵਧੀਆ, ਉਸ ਬੰਦੇ ਜਾਂ ਪਾਰਟੀ ਨੂੰ ਤੁਸੀਂ ਵੋਟ ਪਾਓ। ਜੀ ਸਰ, ਠੀਕ ਹੈ ਨਾ। ਇਹ ਪ੍ਰੈਸ਼ਰ ਨਹੀਂ ਲੈਣਾ ਜੀ ਉਹ ਤੇ ਮੈਨੂੰ ਗੱਡੀ ਤੇ ਛੱਡ ਗਿਆ ਫਿਰ ਵਾਪਸ ਵੀ ਲੈ ਕੇ ਜਾਊਗਾ, 2 ਸਮੋਸੇ ਖਵਾਊਗਾ, ਕਰਨ ਦੋ, ਉਹਨਾਂ ਦਾ ਕੰਮ ਹੈ। ਇਟਸ देयर ਓਨ ਇਕਨੋਮਿਕਸ ਦੈਟ ਇਜ਼ ਰੋਲਿੰਗ, ਉਹਨਾਂ ਨੂੰ ਕਰਨ ਦੋ। ਤੁਸੀਂ ਉੱਥੇ ਜਾ ਕੇ ਆਪਣੀ ਮਰਜ਼ੀ ਨਾਲ ਸਾਹ ਪਾਣਾ, ਤੇ ਮੈਨੂੰ ਪਤਾ ਅੱਜ ਸਾਡਾ ਵੋਟਰ ਸਿਆਣਾ ਜੀ, ਹੈ ਨਾ, ਤੇ ਉਹਨੂੰ ਐਫਓ ਹੀ ਕਰਨਾ ਚਾਹੀਦਾ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਸੋ ਜੀ ਵੋਟ ਜ਼ਰੂਰ ਪਾਓ, ਬਦਲਾਵ ਲਿਆਉਣ ਦਾ ਦਿਨ ਹੈ, ਸਿਰਫ ਛੁੱਟੀ ਦਾ ਨਹੀਂ। ਜ਼ਰੂਰ ਮਿਲਦੇ ਹਾਂ ਜਲਦੀ, ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।